बिस्मिल्लाहिर्रहमानिर्रहीम। जियो करी वज़ाइफ दे मुअज़्ज़ज़ नाज़रीन, अस्सलाम वालेकुम। उम्मीद करदी हां तुसीं सारे ठीक ठाक होंगे ते अल्लाह पाक सब नूं खुश रखे, आबाद रखे ते सब दे माँ बाप दा साया सदा सलामत रखे ते सब दी औलाद नूं अल्लाह पाक माँ बाप दा फरमाबरदार बनावे। अज मैं नाज़रीन लिए एक बहुत ही मज़ेदार किस्म की रेसिपी हलीम की रेसिपी लैके, हलीम कह लो, इनू दलीम कह लो, जो मर्जी कह लो, भावें नदीम कह लो। झटपट तरीके नाल आपां इनू तैयार करांगे। सब्जी सुब्जी कोई लैके नहीं से आए तो दालां पईयां सी ते चिकन पिया सी थोड़ा जिहा, मैं कहा पाए दा हलीम बना लैने ने। बहुत ही मज़ेदार बनिया सी। प्याज लै लिया, प्याज नूं कड़कड़ा के विच तुसीं इहदे चिकन पा लेना, हड्डी वाला पा लो, बगैर हड्डी तो पा लो, जिहड़ा भी है बस चिकन विच पा लो तुसीं। चिकन होना चाहिदा वा, भावें जिहो जिहा भी होवे, बस चिकन तो बगैर जिहड़े ना ਹੁਣ आदत ही बन गई है। बच्चे कहते रोज़ाना ही चिकन होवे, दाल विच पा लो, सब्जी विच पा लो, हर चीज़। हुण तां मैनूं लगदा साग विच भी चिकन ही पा के खाना पैना है। जित्थों दे हालात पैदा हो गए ने, हर चीज़ 'च बच्चे ਜਿਹੜੇ ਵੱਡੇ चिकन ਦੇ शौकीन हो गए ने। ਕਿਸੇ ਦਿਨ ਕਹਿਣਗੇ ਸਾਗ ਵਿੱਚ ਵੀ चिकन ਪਾ ਛੱਡ। ਤੇ चिकन ਵਿੱਚ ਪਾ ਲਿਆ, ਪਿਆਜ਼ ਦੇ ਵਿੱਚ ਜਦੋਂ ਹਲਕਾ ਜਿਹਾ ਬਰਾਊਨ ਹੋਇਆ, ਟਮਾਟਰ ਪਾ ਲਏ, ਸਬਜ਼ ਮਿਰਚਾਂ ਪਾ ਲਈਆਂ, ਮਸਾਲੇ ਮਸੂਲੇ ਪਾ ਕੇ ਇਹਨਾਂ ਨੂੰ 2 ਤੋਂ 4 ਮਿੰਟ ਤੁਸੀਂ ਭੁੰਨ ਛੱਡਣਾ ਤਾਂ ਕਿ ਜਿਹੜਾ चिकन का जोड़ा कच्चापन खत्म हो जाए। तो बाद लसन अदरक का जोड़ा पेस्ट है वो पा छोड़ना है। इनू तुसी पौनी ला लैनी है 2 ਤੋਂ 4 मिनट तक अच्छे तरीके नाल, ताकि जोड़ा चिकन का कच्चापन खत्म हो जाए। तो बाद जिहड़ियां भी तुहाडे कोल दालां पईयां, आह दाल पाउणी, ओह दाल पाउणी, मैं इन्हां चीज़ां नूं नहीं देखदी। जिहड़ियां चीज़ां तुहाडे कोल पईयां उन्हां नाल बना लो, तुहाडी डिश ਉਹੀ मज़ेदार बन जूगी। 4-5 दालां मेरे कोल पईयां सी। मसूर दी दाल सी, मूंगी दी दाल सी ते चने दी दाल सी ते इस तों इलावा माश दी दाल सी। ਤੇ ਉਹਨਾਂ ਦਾਲਾਂ ਨੂੰ ਭਗੋ ਛੱਡਿਆ ਤੇ ਇਹ ਥੋੜ੍ਹੇ ਜਿਹੇ ਵਿੱਚ ਚਾਵਲ ਪਾ ਲੈਣੇ ਆ। ਚਾਵਲ ਜਿਹੜੀ ਉਹ ਵੀ ਭਗੋ ਕੇ, ਸਾਰੀਆਂ ਦਾਲਾਂ ਨੂੰ 3 ਤੋਂ 4 ਘੰਟੇ ਤੁਸੀਂ ਭਗੋ ਕੇ ਰੱਖ ਦਿਓ। ਉਹਦੇ ਨਾਲ ਨਾਲ ਮੇਰੇ ਕੋਲ ਜਿਹੜਾ ਹੈ ਸਾਗੂ ਦਾਣਾ ਪਿਆ ਸੀ ਤੇ ਇੱਕ ਬਾਉਲ ਵਿੱਚ ਜਿਹੜਾ ਸਾਗੂ ਦਾਣਾ ਉਹ ਭਗੋ ਕੇ ਰੱਖ ਲਿਆ। ਦਾਲਾਂ ਜਦੋਂ ਤੁਹਾਡੀਆਂ ਐਨ ਅੱਛੇ ਤਰੀਕੇ ਨਾਲ ਫੁੱਲ ਜਾਣ, ਸੌਫਟ ਹੋ ਜਾਣ, ਉਹਨਾਂ ਨੂੰ ਨੀਮ ਗਰਮ ਪਾਣੀ ਟਾਈਮ ਥੋੜ੍ਹਾ ਤੇ ਉਹਨਾਂ ਨੂੰ ਨੀਮ ਗਰਮ ਪਾਣੀ ਵਿੱਚ ਭਗੋ ਦਿਓ ਤੇ ਇਨਸ਼ਾਅੱਲਾ ਤੁਹਾਡੀਆਂ ਘੰਟੇ ਵਿੱਚ ਹੀ ਦਾਲਾਂ ਜਿਹੜੀਆਂ ਤਿਆਰ ਹੋ ਜਾਣੀਆਂ। ਜਿਹੜਾ ਆਖਨੇ ਨੇ ਇਹਨੂੰ ਸਾਗੂ ਦਾਣਾ, ਉਹ ਵੀ ਮੈਂ ਇੱਕ ਬਾਉਲ ਵਿੱਚ ਭਗੋ ਕੇ ਰੱਖਤਾ ਅੱਛੇ ਤਰੀਕੇ ਨਾਲ ਸਾਫ਼ ਸੁਫ ਕਰਕੇ। ਤੇ ਸਾਫ਼ ਸੁਫ ਤੁਸੀਂ ਦਾਲਾਂ ਨੂੰ ਕਰ ਲਿਆ ਕਰੋ। ਅੱਜ ਕੱਲ੍ਹ ਹਾਲਾਤ ਇਹੋ ਜਿਹੇ ਨੇ, ਹਰ ਚੀਜ਼ 'ਚੋਂ ਤਾਂ ਚੁਵੇਂ ਦੀਆਂ ਮੇਂਗਣਾ ਨਿਕਲੀ ਜਾ ਰਹੀਆਂ ਨੇ। ਜਿਹੜੀ ਵੀ ਚੀਜ਼ ਲੈ ਆਓ, ਚਾਵਲਾਂ 'ਚੋਂ ਲੈ ਆਓ, ਦਾਲਾਂ 'ਚੋਂ ਲੈ ਆਓ। ਤੇ ਦਾਲਾਂ ਨੂੰ ਪਕਾਉਂਦੇ ਹੋਏ ਇਹਨਾਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ। ਇਹਨਾਂ ਨੂੰ ਅੱਛੇ ਤਰੀਕੇ ਨਾਲ ਸਾਫ਼ ਸੁਫ ਕਰ ਲੈਣਾ ਹੈ ਤਾਂ ਕਿ ਜਿਹੜੀਆਂ ਚੀਜ਼ਾਂ ਸਾਫ਼ ਸੁਥਰਾਈ ਵਿੱਚ ਤੁਹਾਨੂੰ ਸਿਹਤ ਲਈ ਨੁਕਸਾਨ ਨਾ ਦੇਣ। ਉਸ ਤੋਂ ਬਾਅਦ ਸਾਗੂ ਦਾਣਾ ਜਿਹੜਾ ਉਹਨੂੰ ਛਾਣ ਲਿਆ, ਅੱਛੇ ਤਰੀਕੇ ਨਾਲ ਸਾਫ਼ ਕਰ ਲਿਆ ਹੈ। ਜਦੋਂ ਫੁੱਲ ਗਿਆ, ਨਰਮ ਹੋ ਗਿਆ, ਟੋਕਰੀ ਵਿੱਚ ਪਾ ਕੇ ਉਹਨੂੰ ਅੱਛੇ ਤਰੀਕੇ ਨਾਲ ਧੋ ਛੱਡਿਆ ਤਾਂ ਕਿ ਇਹਦੇ ਵਿੱਚ ਕੋਈ ਕਿਰਕ ਕੁਰਕ, ਕੋਈ ਪੱਥਰ ਪੁੱਥਰ ਨਾ ਹੋਵੇ ਨਾ, ਸਮਝਿਆ ਕਰੋ। ਫਿਰ ਉਹਨੂੰ ਅੱਛੇ ਤਰੀਕੇ ਨਾਲ ਧੋ ਕੇ ਸਾਗੂ ਦਾਣਾ ਵੀ ਵਿੱਚ ਸਿੱਟ ਦਿੱਤਾ। ਦਾਲਾਂ ਦੂਲਾਂ ਅੱਛੇ ਤਰੀਕੇ ਨਾਲ ਧੋ ਕੇ ਸਾਫ਼ ਕਰਕੇ ਜਿਹੜੀਆਂ ਚੀਜ਼ਾਂ ਸੀ ਵਿੱਚ ਉਹ ਕੱਢ ਕੁੱਢ ਕੇ ਇਹਦੇ। ਤੇ ਅਕਸਰ ਹੀ ਚਣਿਆਂ ਦੀ ਦਾਲ ਵਿੱਚ, ਮਾਸ਼ ਦੀ ਦਾਲ ਵਿੱਚ ਜਿਹੜਾ ਨਾ ਪਤਾ ਨਹੀਂ ਕਿੱਥੋਂ ਆ ਜਾਂਦਾ ਹੈ ਪੱਥਰ ਦਾ ਪੀਸ। ਉਹ ਆਉਂਦਾ ਵੀ ਮੇਰੇ ਬੰਦੇ ਦੇ ਮੂੰਹ ਦੇ ਵਿੱਚ, ਜਦੋਂ ਖਾਂਦੇ ਨੇ ਤੇ ਉਹਨਾਂ ਦੇ ਮੂੰਹ ਵਿੱਚ ਆ ਜਾਂਦਾ ਨੇ। ਉਹ ਤੁਸੀਂ ਕੱਢ ਲੈਣਾ ਨੇ, ਉਹ ਤੁਹਾਡੇ ਬੰਦਿਆਂ ਦੇ ਮੂੰਹ ਵਿੱਚ ਨਾ ਆ ਜਾਵੇ। ਤੇ ਬਸ ਇਹਨਾਂ ਨੂੰ ਸਾਫ਼ ਸੁਥਰਾ ਕਰਕੇ ਤੇ ਅੱਛੇ ਤਰੀਕੇ ਨਾਲ ਧੋ ਧਾ ਕੇ ਵਿੱਚ ਅਕੋਰਡਿੰਗ ਟੂ ਤੁਸੀਂ ਜਿੰਨਾ ਫੁੱਲਣੀ ਹੈ ਦਾਲ, ਪਾਣੀ ਪਾ ਲੈਣਾ ਤਾਂ ਕਿ ਜਿਹੜੀ ਤੁਹਾਡੀਆਂ ਦਾਲਾਂ, ਜਿਹੜੀਆਂ ਚਾਵਲ ਇਹਨਾਂ ਵਿੱਚ ਪਾਣੀ ਤੁਸੀਂ ਜ਼ਰਾ ਵਾਵਾ ਰੱਖ ਕੇ ਪਾ ਲੈਣਾ ਤਾਂ ਕਿ ਜਿਹੜੇ ਦਾਲਾਂ ਫੁੱਲਣੀਆਂ ਤੇ ਨਹੀਂ ਤਾਂ ਕੁੱਕਰ ਵਿੱਚ ਲੱਗ ਜਾਣੀਆਂ ਤੇ ਸੜ ਸੁੜ ਜਾਣੀਆਂ। ਸੜਨ ਤੋਂ ਬਚਾਉਣ ਲਈ ਤੁਸੀਂ ਇਹਨਾਂ ਵਿੱਚ ਪਾਣੀ ਪਾ ਛੱਡੋ। ਇਹਨੂੰ ਵੇਟ ਲਾ ਛੱਡੋ 10 ਤੋਂ 15 ਮਿੰਟ ਲਈ ਤਾਂ ਕਿ ਅੱਛੇ ਤਰੀਕੇ ਨਾਲ ਤੁਹਾਡਾ ਹਲੀਮ ਤਿਆਰ ਹੋ ਜਾਵੇ। ਤੇ ਜਦੋਂ ਫਿਰ ਨਾਲ ਤੁਹਾਡੇ ਅੱਜ ਦਾ ਵਜ਼ੀਫਾ ਸ਼ੇਅਰ ਕਰਦਾ, ਬਹੁਤ ਹੀ ਅੱਛਾ ਤੇ ਮੁਜਰਬ ਵਜ਼ੀਫਾ ਹੈ। ਅੱਜ ਦਾ ਜਿਹੜਾ ਵਜ਼ੀਫਾ ਹੈ ਅਸਤਗਫਿਰੁੱਲਾਹ ਦਾ ਵਜ਼ੀਫਾ ਹੈ। ਬਹੁਤ ਸਾਰੇ ਭੈਣ ਭਾਈ ਕਹਿੰਦੇ ਨੇ ਕਿ ਸਾਡੀਆਂ ਦੁਆਵਾਂ ਕਬੂਲ ਨਹੀਂ ਹੁੰਦੀਆਂ, ਅਸੀਂ ਸੱਚੇ ਦਿਲ ਤੋਂ ਮੰਗ ਰਹੇ ਹਾਂ, ਤੋਬਾ ਕਰ ਰਹੇ ਹਾਂ, ਲੇਕਿਨ ਜਿੰਨੀ ਦੇਰ ਤੱਕ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸਤਗਫਾਰ ਨੂੰ ਜਾਂ ਆਪਣਾ ਮਾਮੂਲ ਨਹੀਂ ਬਣਾਓਗੇ, ਇਸਤਗਫਾਰ ਦੀ ਤਸਬੀਹ ਕਰੋ, ਉੱਠਦੇ ਬੈਠਦੇ ਅੱਲਾਹ ਤਾਲਾ ਕੋਲ ਮਾਫੀਆਂ ਮੰਗੋ ਆਪਣੇ ਗੁਨਾਹਾਂ ਦੀਆਂ, ਆਪਣੀਆਂ ਕਮੀਆਂ ਦੀਆਂ, ਆਪਣੀਆਂ ਕੁਤਾਹੀਆਂ ਦੀਆਂ, ਜਿੰਨੀਆਂ ਵੀ ਤੁਹਾਡੇ ਕੋਲ ਹੋ ਚੁੱਕੀਆਂ ਨੇ। ਅਸਤਗਫਿਰੁੱਲਾਹ ਤੁਸੀਂ ਪੜ੍ਹਦੇ ਰਹੋ। ਅਸਤਗਫਿਰੁੱਲਾਹ ਰੱਬੀ ਮਿਨ ਕੁੱਲੀ ਜ਼ੰਬਿਨ ਵਤੂਬੂ ਅਲੈਹੀ। ਇਹ ਆਇਤ ਜਿਹੜੀ ਤੁਸੀਂ ਪੜ੍ਹਦੇ ਰਹੋ, ਇਨਸ਼ਾ ਅੱਲਾਹ ਤਾਲਾ ਜਿੰਨੀਆਂ ਵੀ ਤੁਹਾਡੀਆਂ ਜ਼ਿੰਦਗੀ ਵਿੱਚ ਮੁਸ਼ਕਿਲਾਤ ਅਤੇ ਪਰੇਸ਼ਾਨੀਆਂ ਨੇ ਇਨਸ਼ਾ ਅੱਲਾਹ ਤਾਲਾ ਦੂਰ ਹੋ ਜਾਣਗੀਆਂ।
ਤੇ ਬਸ ਅਸਤਗਫਾਰ ਜਿਹੜੀ ਮੇਰੀ ਅੱਲਾਹ ਪਾਕ ਨੂੰ ਇੰਨੀ ਪਸੰਦ ਹੈ ਕਿ ਅੱਲਾਹ ਪਾਕ ਜਦੋਂ ਬੰਦਾ ਗਲਤੀ ਕਰਕੇ ਅੱਲਾਹ ਤਾਲਾ ਕੋਲ ਮਾफ़ੀ ਮੰਗਦਾ ਹੈ ਤੇ ਮੇਰੇ ਅੱਲਾਹ ਪਾਕ ਇੰਝ ਹੀ ਕਰ ਦਿੰਦੇ ਨੇ ਜਿੱਦਾਂ ਨਵਾਂ ਬੱਚਾ ਪੈਦਾ ਹੋਇਆ ਹੁੰਦਾ ਹੈ ਬਗੈਰ ਗੁਨਾਹ ਤੋਂ। ਬਸ ਆਪਣੀ ਜ਼ਿੰਦਗੀ ਵਿੱਚ ਇਸਤਗਫਾਰ ਨੂੰ ਮਰਮੂਲ ਬਣਾ ਲਓ, ਗੁਨਾਹਾਂ ਤੋਂ ਮਾਫੀਆਂ ਮੰਗੋ। ਜਿੰਨੀਆਂ ਵੀ ਇਨਸ਼ਾ ਅੱਲਾਹ ਤਾਲਾ ਜ਼ਿੰਦਗੀ 'ਚ ਮੁਸ਼ਕਲਾਤ ਹੋਣੀਆਂ, ਪਰੇਸ਼ਾਨੀਆਂ ਹੋਣੀਆਂ ਦੂਰ ਹੋ ਜਾਣੀਆਂ। ਤੇ ਹਲੀਮ ਸਾਡਾ ਤਿਆਰ ਹੋ ਚੁੱਕਿਆ ਸੀ। ਚਿਕਨ ਨੂੰ ਤੁਸੀਂ ਅਲੱਗ ਰੇਸ਼ੇ ਕਰ ਲਓ ਤੇ ਉਹਨੂੰ ਬਲੈਂਡਰ ਵਿੱਚ ਪਾ ਕੇ ਸਾਰੀਆਂ ਦਾਲਾਂ ਨੂੰ ਤੇ ਚਿਕਨ ਨੂੰ ਬਲੈਂਡ ਕਰ ਲਓ। ਉਹ ਤੋਂ ਬਾਅਦ ਇਹਨਾਂ ਦਾ ਟੇਸਟ ਦੁਬਾਲਾ ਕਰਨ ਲਈ ਜਿਹੜਾ ਤੁਸੀਂ ਹਲੀਮ ਮਸਾਲਾ ਵੀ ਤੁਸੀਂ ਉਹਦੇ ਵਿੱਚ ਜਦੋਂ ਮਸਾਲੇ ਪਾਉਣੇ ਨੇ ਹਲੀਮ ਮਸਾਲਾ ਵੀ ਪਾ ਛੱਡਣਾ। ਪਿਆਜ਼ ਜਿਹੜਾ ਤੁਸੀਂ ਬਰਾਊਨ ਕਰ ਛੱਡਣਾ ਹੈ, ਬਹੁਤਾ ਕਾਲਾ ਨਹੀਂ ਕਰਨਾ। ਤੂੰ ਕਰ ਦਿੰਦੇ ਕਈ ਤੇ ਵਿੱਚ ਤੂੰਆਂ ਛੱਡ ਦਿੰਦੇ ਨੇ, ਉਹ ਨਹੀਂ ਅੱਛਾ ਲੱਗਦਾ ਸੜਿਆ ਹੋਇਆ। ਥੋੜ੍ਹਾ ਜਿਹਾ ਮੈਂ ਕੱਢ ਲਿਆ ਸੀ ਗਾਰਨਿਸ਼ ਕਰਨ ਲਈ। ਤੇ ਉਸ ਤੋਂ ਬਾਅਦ ਜਿਹੜਾ ਬਾਕੀ ਪਿਆਜ਼ ਹੈ ਉਹਦੇ ਵਿੱਚ ਅਦਰਕ ਦੇ ਪੀਸ ਬਣਾ ਕੇ ਲੰਬੇ ਲੰਬੇ ਸਲਾਈਸ ਤੇ ਸਬਜ਼ ਮਿਰਚਾਂ ਵਿੱਚ ਪਾ ਛੱਡੀਆਂ ਸੀ। ਇਹਨਾਂ ਨੂੰ ਤੇ ਗੋਲ ਮਿਰਚ ਜਿਹੜੀ ਆ ਉਹ ਵਿੱਚ ਪਾ ਦੇਣੀ, ਜ਼ੀਰਾ ਪਾ ਦੇਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕੜਕੜਾ ਕੇ ਜਿਹੜਾ ਤੁਸੀਂ ਇਹਨਾਂ ਨੂੰ ਨਾ ਤੜਕਾ ਲਾ ਛੱਡਣਾ ਹੈ। ਕੜਕ ਦੀ ਆਵਾਜ਼ ਆਊਗੀ ਜਦੋਂ ਸਮਝੋ ਤੁਹਾਡਾ ਤੜਕਾ ਤਿਆਰ ਹੋ ਗਿਆ ਹੈ। ਤੇ ਇਹ ਤੋਂ ਬਾਅਦ ਤੁਸੀਂ ਇਹਨੂੰ ਹਲੀਮ ਨੂੰ ਡੋਂਗੇ ਵਿੱਚ ਕਾਢੋ, ਇਹਨੂੰ ਖਾਓ, ਨਿੰਬੂ ਪਾ ਕੇ ਖਾਓ, ਪਿਆਜ਼ ਪਾ ਕੇ ਖਾਓ, ਕੁਲਚਿਆਂ ਨਾਲ ਖਾਓ, ਪਰਾਠਿਆਂ ਨਾਲ ਖਾਓ, ਚੋਪੜੀ ਰੋਟੀ ਨਾਲ ਖਾਓ, ਤੁਹਾਡੀ ਮਰਜ਼ੀ ਨੇ। ਤੇ ਇਹਨੂੰ ਇੰਜੋਏ ਕਰੋ ਤੇ ਦੁਆਵਾਂ ਵਿੱਚ ਯਾਦ ਰੱਖਿਆ ਜੇ। ਜਜ਼ਾਕ ਅੱਲਾ।